Hello dear students, ਅੱਜ ਦਾ ਸਾਡਾ ਟੌਪਿਕ ਟਾਈਪ ਕਾਸਟਿੰਗ ਐਂਡ ਕਨਵਰਜਨ ਇਨ C. In a programming language, the expression contains data values of the same data type or different data type. ਤੁਹਾਡੇ ਇੱਕ ਐਕਸਪ੍ਰੈਸ਼ਨ ਦੇ ਵਿੱਚ ਤੁਹਾਡੇ ਜਿਹੜੇ ਡਾਟਾ ਟਾਈਪਸ ਨੇ ਉਹ ਸਭ ਦੀਆਂ ਇੱਕੋ ਜਿਹੀਆਂ ਵੀ ਹੋ ਸਕਦੀਆਂ ਨੇ ਜਾਂ ਅਲੱਗ-ਅਲੱਗ ਡਾਟਾ ਟਾਈਪਸ ਵੀ ਹੋ ਸਕਦੀਆਂ ਨੇ. When the expression contains similar data type value, then no problem. ਜੇਕਰ ਤੁਹਾਡੇ ਐਕਸਪ੍ਰੈਸ਼ਨ ਦੇ ਵਿੱਚ ਸਾਰੀਆਂ ਵੈਲਿਊਜ਼ ਇੰਟ ਨੇ ਜਾਂ ਸਾਰੀਆਂ ਹੀ ਫਲੋਟ ਨੇ ਤਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ. But if the expression contains two or more different data type value, then they must be converted into single data type of destination data type. ਬਟ ਜੇਕਰ ਤੁਹਾਡੇ ਐਕਸਪ੍ਰੈਸ਼ਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਡਾਟਾ ਟਾਈਪਸ ਨੇ, ਕੋਈ ਇੰਟ ਹੈ ਜਾਂ ਫਲੋਟ ਹੈ, ਉਹਨਾਂ ਦਾ ਕੰਬੀਨੇਸ਼ਨ ਹੈ, ਤਾਂ ਤੁਹਾਨੂੰ ਲੋੜ ਪੈਂਦੀ ਹੈ ਕਿ ਤੁਸੀਂ ਇਹ ਡਾਟਾ ਟਾਈਪ ਨੂੰ ਕਨਵਰਟ ਕਰੋ ਉਸ ਦੇ ਵਿੱਚ ਜਿਹੜੀ ਤੁਹਾਡੀ ਡੈਸਟੀਨੇਸ਼ਨ ਦੀ ਡਾਟਾ ਟਾਈਪ ਹੈ. ਜੇਕਰ ਅਸੀਂ ਐਗਜ਼ਾਮਪਲ ਦੇ ਵਿੱਚ ਚੈੱਕ ਕਰੀਏ, ਅਸੀਂ ਵੇਰੀਏਬਲ ਹੈ ਇੰਟ a ਇਕੁਅਲਸ ਟੂ 5 ਐਂਡ b, ਇੱਕ ਵੇਰੀਏਬਲ ਹੈ ਫਲੋਟ c ਇਕੁਅਲਸ ਟੂ 4.5 ਅਤੇ ਨੀਚੇ ਐਕਸਪ੍ਰੈਸ਼ਨ ਦੇ ਵਿੱਚ ਅਸੀਂ ਬੋਲ ਰਹੇ ਹਾਂ b ਇਕੁਅਲਸ ਟੂ a ਪਲਸ c ਕਰਕੇ ਜੇਕਰ ਅਸੀਂ 5 ਪਲਸ 4.5 ਤਾਂ ਉਹਦਾ ਆਨਸਰ ਆ ਰਿਹਾ ਸਾਡੇ ਕੋਲ 9.5 ਅਤੇ ਉਹਨੂੰ ਅਸੀਂ ਸਟੋਰ ਕਰਵਾਉਣਾ b ਦੇ ਵਿੱਚ. 9.5 ਪੁਆਇੰਟਾਂ ਵਾਲੀ ਵੈਲਿਊ, ਬਟ ਸਾਡੀ b ਖੁਦ ਕਿਹੜੀ ਹੈ? ਇੰਟੀਜ਼ਰ ਵੈਲਿਊ. ਇਸ ਕਰਕੇ ਸਾਨੂੰ ਜ਼ਰੂਰਤ ਪੈਂਦੀ ਹੈ ਕਿ ਤੁਸੀਂ ਵੈਲਿਊਜ਼ ਨੂੰ ਇੱਕ ਡਾਟਾ ਟਾਈਪ ਤੋਂ ਦੂਸਰੀ ਡਾਟਾ ਟਾਈਪ ਦੇ ਵਿੱਚ ਕਨਵਰਟ ਕਰੋ. ਦੋ ਮੈਥਡਸ ਨੇ ਕਨਵਰਜਨ ਦੇ ਤੁਹਾਡੇ ਕੋਲ. ਫਸਟ ਟਾਈਪ ਕਨਵਰਜਨ, ਸੈਕਿੰਡ ਟਾਈਪ ਕਾਸਟਿੰਗ. ਸਭ ਤੋਂ ਪਹਿਲਾਂ ਟਾਈਪ ਕਨਵਰਜਨ ਇਨ C, process of converting data value from one data type to another data type automatically. ਜਦੋਂ ਤੁਹਾਡੀ ਇੱਕ ਡਾਟਾ ਟਾਈਪ ਤੋਂ ਦੂਸਰੀ ਡਾਟਾ ਟਾਈਪ ਦੇ ਵਿੱਚ ਆਟੋਮੈਟਿਕਲੀ ਕਨਵਰਜਨ ਹੋ ਜਾਂਦੀ ਹੈ ਤਾਂ ਉਸ ਨੂੰ ਅਸੀਂ ਬੋਲਦੇ ਹਾਂ ਟਾਈਪ ਕਨਵਰਜਨ. ਇਸ ਨੂੰ ਇੰਪਲੀਸਿਟ ਟਾਈਪ ਕਨਵਰਜਨ ਵੀ ਬੋਲਿਆ ਜਾਂਦਾ ਅਤੇ ਆਟੋਮੈਟਿਕਲੀ ਕਰ ਦਿੱਤੀ ਜਾਂਦੀ ਹੈ ਤੁਹਾਡੀ ਕਨਵਰਜਨ ਤੁਹਾਡੇ ਕੰਪਾਈਲਰ ਦੁਆਰਾ. ਜਿਵੇਂ ਇੰਟ ਨੂੰ ਫਲੋਟ ਦੇ ਵਿੱਚ ਚੇਂਜ ਕਰਤਾ ਜਾਂ ਫਲੋਟ ਨੂੰ ਇੰਟ ਦੇ ਵਿੱਚ ਚੇਂਜ ਕਰਤਾ. ਐਗਜ਼ਾਮਪਲ ਦੀ ਹੈਲਪ ਨਾਲ ਅਸੀਂ ਦੇਖਦੇ ਹਾਂ. ਅਸੀਂ ਲਿਆ ਇੰਟ i ਇਕੁਅਲਸ ਟੂ 10, ਫਲੋਟ x ਇਕੁਅਲਸ ਟੂ 15.5. ਜੇਕਰ ਤੁਸੀਂ ਨੀਚੇ ਲਿਖ ਰਹੇ ਹੋ i ਇਕੁਅਲਸ ਟੂ x, ਆਪਾਂ ਲਿਖਿਆ i ਇਕੁਅਲਸ ਟੂ x. ਹੁਣ i ਇਕੁਅਲਸ ਟੂ x ਮਤਲਬ ਜਿਹੜੀ x ਦੀ ਵੈਲਿਊ ਉਹ i ਦੇ ਵਿੱਚ ਚਲੀ ਜਾਵੇ. x ਦੀ ਵੈਲਿਊ 15.5, ਬਟ i ਖੁਦ ਕਿਹੜਾ? ਇੰਟੀਜ਼ਰ. ਦੈਟ ਮੀਨਸ ਉਹਦੇ ਵਿੱਚ ਸਿਰਫ ਇੰਟੀਜ਼ਰ ਪਾਰਟ ਹੀ ਜਾਊਗਾ, ਜਸਟ 15 ਹੀ ਜਾਊਗਾ, ਜਿਹੜਾ 0.5 ਹੈ ਉਸਨੂੰ ਇਗਨੋਰ ਕਰ ਦਿੱਤਾ ਜਾਊਗਾ. ਤਾਂ ਇਹ ਆਟੋਮੈਟਿਕਲੀ ਟਾਈਪ ਕਨਵਰਜਨ ਕਰਤੇ ਤੁਹਾਡੇ ਕੰਪਾਈਲਰ ਨੇ. ਸੈਕਿੰਡ ਐਗਜ਼ਾਮਪਲ ਚੈੱਕ ਕਰੀਏ. ਜੇਕਰ ਅਸੀਂ ਲਿਖ ਰਹੇ ਹਾਂ x ਇਕੁਅਲਸ ਟੂ i, ਤਾਂ x i ਦੇ ਬਰਾਬਰ ਹੋ ਜੇ i ਹੈ 10, ਜਿਹੜੀ ਕਿ ਖੁਦ ਇੰਟੀਜ਼ਰ ਵੈਲਿਊ ਹੈ. ਜੇਕਰ ਅਸੀਂ x ਨੂੰ 10 ਵੈਲਿਊ ਦੇ ਰਹੇ ਹਾਂ ਬਟ x ਤੁਹਾਡਾ ਕੀ ਹੈ ਇੱਥੇ? ਫਲੋਟ, ਤਾਂ ਉਹ ਆਪਣੇ ਆਪ ਉਹਦੇ ਪਿੱਛੇ ਐਕਸਟਰਾ ਜ਼ੀਰੋਜ਼ ਪੁੱਟ ਕਰ ਦੇਗਾ ਪੁਆਇੰਟ ਲਗਾ ਕੇ. ਤਾਂ ਇਹ ਜਿਹੜੀ ਕਨਵਰਜਨ ਹੈ ਇਹ ਆਟੋਮੈਟਿਕਲੀ ਕੀਤੀ ਜਾਂਦੀ ਤੁਹਾਡੇ ਕੰਪਾਈਲਰ ਦੁਆਰਾ. ਇੱਕ ਪ੍ਰੋਗਰਾਮ ਨਾਲ ਚੈੱਕ ਕਰਦੇ ਹਾਂ. ਤੁਸੀਂ ਇੱਕ ਪ੍ਰੋਗਰਾਮ ਬਣਾਇਆ ਜਿਸ ਦੇ ਵਿੱਚ ਵੇਰੀਏਬਲ ਲਿਆ i ਇਕੁਅਲਸ ਟੂ 95, ਫਲੋਟ x ਇਕੁਅਲਸ ਟੂ 90.99, ਇੱਕ ਕਰੈਕਟਰ ਲਿਆ ch ਨਾਮ ਤੇ ਉਹਦੀ ਵੈਲਿਊ ਦਿੱਤੀ a. ਜਦੋਂ ਤੁਸੀਂ ਲਿਖ ਰਹੇ ਹੋ i ਇਕੁਅਲਸ ਟੂ x ਤਾਂ ਵੀਡੀਓ ਪੌਜ਼ ਕਰਕੇ ਆਨਸਰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰੋ ਇਹਦਾ. ਤਾਂ i ਇਕੁਅਲਸ ਟੂ x ਮੀਨਸ i x ਦੇ ਬਰਾਬਰ ਹੋ ਜੇ. x ਸਾਡਾ 90.99 ਹੈ ਬਟ i ਵੇਰੀਏਬਲ ਕੀ ਹੈ? ਇੰਟੀਜ਼ਰ ਹੈ, ਤਾਂ ਇਸ ਕਰਕੇ ਉਹਦਾ ਆਨਸਰ ਕੀ ਦਊਗਾ? 90. ਉਹਨੇ ਜਿਹੜਾ ਐਕਸਟਰਾ ਪਾਰਟ ਹੈ 0.99 ਉਹ ਕੱਟ ਕਰਤਾ ਕਿਉਂਕਿ i ਇੰਟੀਜ਼ਰ ਹੈ ਅਤੇ i ਦੇ ਵਿੱਚ ਸਿਰਫ ਇੰਟੀਜ਼ਰ ਪਾਰਟ ਹੀ ਆਏਗਾ. ਨੈਕਸਟ ਅਸੀਂ ਲਿਖਿਆ i ਇਕੁਅਲਸ ਟੂ x. i ਤੁਹਾਡੀ x ਇਕੁਅਲਸ ਟੂ i. x ਤੁਹਾਡਾ ਫਲੋਟ ਹੈ, i ਵੇਰੀਏਬਲ ਤੁਹਾਡੀ ਇੰਟੀਜ਼ਰ ਹੈ, i ਦੀ ਵੈਲਿਊ ਹੈਗੀ ਹੈ ਨਾ 90 ਕਿਉਂਕਿ ਉੱਪਰ ਅਸੀਂ ਚੇਂਜ ਕਰਤੀ ਵੈਲਿਊ. ਉਸ ਤੋਂ ਬਾਅਦ i ਦੀ ਵੈਲਿਊ ਤੁਹਾਡੇ ਕੋਲ ਬਣ ਗਈ 90. 90 ਨੂੰ ਜੇਕਰ ਅਸੀਂ x ਦੇ ਵਿੱਚ ਪਾਉਣਾ ਚਾਹੁੰਦੇ ਹੋ, x ਸਾਡਾ ਫਲੋਟ ਵੇਰੀਏਬਲ ਹੈ, ਇਸ ਕਰਕੇ ਉਹ 90 ਤੋਂ ਬਾਅਦ ਪੁਆਇੰਟ ਲਗਾ ਕੇ ਐਕਸਟਰਾ ਜ਼ੀਰੋਜ਼ ਪਿੱਛੇ ਆਟੋਮੈਟਿਕਲੀ ਪੁੱਟ ਕਰ ਦੂਗਾ. ਤਾਂ ਇਹ ਪ੍ਰੋਗਰਾਮ ਤੁਸੀਂ ਬਣਾ ਕੇ ਰਨ ਕਰਕੇ ਦੀ ਆਊਟਪੁੱਟ ਚੈੱਕ ਕਰ ਸਕਦੇ ਹੋ. ਸੈਕਿੰਡ ਮੈਥਡ ਹੈ ਟਾਈਪ ਕਾਸਟਿੰਗ ਇਨ C. ਟਾਈਪ ਕਾਸਟਿੰਗ ਇਜ਼ ਆਲਸੋ ਨੋਨ ਐਜ਼ explicit type conversion. We convert the data from one data type to another data type. We use the unary cast operator
we specify the target data type in parentheses as a prefix to the data. ਟਾਈਪ ਕਾਸਟਿੰਗ ਜਿਹੜੀ ਹੈ ਉਹ ਸਾਡੇ ਦੁਆਰਾ ਕੀਤੀ ਜਾਂਦੀ ਹੈ, ਅਸੀਂ ਕਰ ਰਹੇ ਇਸ ਕਰਕੇ ਉਹਨੂੰ ਐਕਸਪਲਿਸਿਟ ਟਾਈਪ ਕਨਵਰਜਨ ਵੀ ਬੋਲਿਆ ਜਾਂਦਾ ਗਾ। ਅਤੇ ਇਸ ਦੇ ਲਈ ਤੁਸੀਂ ਡਾਟਾ ਟਾਈਪ ਨੂੰ ਪੈਰੈਂਥੀਸਿਸ ਮੀਨਸ ਬ੍ਰੈਕਟ ਦੇ ਵਿੱਚ ਲਿਖੋਗੇ ਤੇ ਤੁਹਾਡੀ ਡਾਟਾ ਦੇ ਅੱਗੇ ਆਏਗਾ ਉਹ। ਜੇਕਰ ਅਸੀਂ ਸਿੰਟੈਕਸ ਦੇ ਵਿੱਚ ਚੈੱਕ ਕਰੀਏ ਤਾਂ ਜਿਹੜੀ ਵੀ ਤੁਹਾਡੀ ਡਾਟਾ ਟਾਈਪ ਹੈ ਜਿਸ ਦੇ ਵਿੱਚ ਤੁਸੀਂ ਕਨਵਰਟ ਕਰਨਾ ਚਾਹੁੰਦੇ ਹੋ ਉਸ ਨੂੰ ਲਿਖੋ ਗੋਲ ਬ੍ਰੈਕਟ ਦੇ ਵਿੱਚ। ਉਸ ਤੋਂ ਬਾਅਦ ਉਹ ਵੈਲਿਊ ਦਾ ਨਾਮ ਜਿਹਨੂੰ ਅਸੀਂ ਕਨਵਰਟ ਕਰਨਾ ਚਾਹੁੰਦੇ ਹਾਂ। ਐਗਜ਼ਾਮਪਲ ਵਿੱਚ ਚੈੱਕ ਕਰੀਏ ਤਾਂ ਤੁਸੀਂ ਵੇਰੀਏਬਲ ਲਿਆ ਇੰਟ ਟੋਟਲ ਮਾਰਕਸ। ਹੁਣ ਟੋਟਲ ਮਾਰਕਸ ਦੀ ਡਾਟਾ ਟਾਈਪ ਕਿਹੜੀ ਹੈ? ਇੰਟ। ਉਹਦੀ ਵੈਲਿਊ ਹੈ 450, ਮੈਕਸਿਮਮ ਮਾਰਕਸ ਦੀ ਵੈਲਿਊ ਹੈ 600। ਇੱਕ ਵੇਰੀਏਬਲ ਲਿਆ ਤੁਸੀਂ ਫਲੋਟ ਦਾ ਐਵਰੇਜ। ਹੁਣ ਤੁਸੀਂ ਐਵਰੇਜ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਉਹਦੇ ਲਈ ਤੁਸੀਂ ਫਾਰਮੂਲਾ ਲਗਾਇਆ ਟੋਟਲ ਮਾਰਕਸ ਡਿਵਾਈਡਡ ਬਾਈ ਮੈਕਸਿਮਮ ਮਾਰਕਸ ਇਨਟੂ 100। ਤਾਂ ਇੱਥੇ ਕੀ ਹੈ, ਟੋਟਲ ਅਤੇ ਮੈਕਸਿਮਮ ਦੋਨੋਂ ਹੀ ਤੁਹਾਡੇ ਇੰਟੀਜ਼ਰ ਨੇ। ਤਾਂ ਓਬੀਅਸ ਜਦੋਂ ਆਪਾਂ ਕੈਲਕੂਲੇਸ਼ਨਸ ਕਰ ਰਹੇ ਹਾਂ ਤਾਂ ਉਹ ਜਿਹੜਾ ਇਹਦਾ ਆਨਸਰ ਉਹ ਇੰਟੀਜ਼ਰ ਆਉਣ ਦੇ ਚਾਂਸ ਨੇ। ਇਸ ਕਰਕੇ ਤੁਸੀਂ ਕੀ ਕਰੋਗੇ, ਉਹਨੂੰ ਕਨਵਰਟ ਕਰਕੇ ਫਲੋਟ ਦੇ ਵਿੱਚ ਕਨਵਰਟ ਕਰਕੇ ਫਿਰ ਐਵਰੇਜ ਦੇ ਵਿੱਚ ਸਟੋਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਅੱਗੇ ਲਿਖੋ ਫਲੋਟ। ਯਾਨੀ ਕਿ ਇਹਨਾਂ ਦਾ ਕੈਲਕੂਲੇਸ਼ਨ ਤੋਂ ਬਾਅਦ ਜੋ ਵੀ ਆਨਸਰ ਆਏਗਾ ਉਹਨੂੰ ਪਹਿਲਾਂ ਕਨਵਰਟ ਕੀਤਾ ਜਾਵੇ ਫਲੋਟ ਦੇ ਵਿੱਚ ਅਤੇ ਉਸ ਤੋਂ ਬਾਅਦ ਸਟੋਰ ਕੀਤਾ ਜਾਵੇ ਐਵਰੇਜ ਦੇ ਵਿੱਚ। ਆ ਪੂਰੇ ਐਕਸਪ੍ਰੈਸ਼ਨ ਨੂੰ ਕੈਲਕੂਲੇਟ ਕਰਨ ਤੋਂ ਬਾਅਦ ਜਿਹੜਾ ਵੀ ਤੁਹਾਡਾ ਆਨਸਰ ਆ ਰਿਹਾ ਅਸੀਂ ਉਹਨੂੰ ਕਨਵਰਟ ਕਰਨਾ ਚਾਹੁੰਦੇ ਹਾਂ ਫਲੋਟ ਦੇ ਵਿੱਚ। ਇਸ ਕਰਕੇ ਗੋਲ ਬ੍ਰੈਕਟ ਦੇ ਵਿੱਚ ਉਹਦੇ ਅੱਗੇ ਲਿਖੋ ਫਲੋਟ ਤਾਂ ਕਿ ਉਹ ਫਲੋਟ 'ਚ ਕਨਵਰਟ ਹੋ ਕੇ ਬਾਅਦ ਦੇ ਵਿੱਚ ਸਟੋਰ ਹੋਵੇ ਐਵਰੇਜ ਦੇ ਵਿੱਚ। ਤਾਂ ਇਹ ਸੀ ਟਾਈਪ ਕਾਸਟਿੰਗ ਇਨ ਸੀ। ਹਾਂ